ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਤੁਸੀਂ ਵੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਤੇ ਸੋਨੀਆ ਗਾਂਧੀ ਤੇ ਵੱਡਾ ਹਮਲਾ ਬੋਲਿਆ। ਰਾਜਸਥਾਨ ਦੇ ਚਿਤੌੜਗੜ੍ਹ 'ਚ ਸ਼ਾਹ ਨੇ ਕਿਹਾ ਕਿ ਵੋਟ ਬੈਂਕ ਲਈ ਕਾਂਗਰਸ ਨੇ ਵੰਦੇ ਮਾਤਰਮ ਨੂੰ ਭੁਲਾ ਦਿੱਤਾ। ਕਾਂਗਰਸ ਮੁੱਖ ਦਫ਼ਤਰ 'ਚ ਪਾਪ ਹੋਇਆ, ਵੰਦੇ ਮਾਤਰਮ ਗਾਉਣ ਤੋਂ ਰੋਕਿਆ ਗਿਆ। ਸੋਨੀਆ ਗਾਂਧੀ ਨੂੰ ਦੇਸ਼ ਦੀ ਜਨਤਾ ਕਦੇ ਮਾਫ ਨਹੀਂ ਕਰੇਗੀ। ਕੋਈ ਰਾਸ਼ਟਰੀ ਗੀਤ ਨੂੰ ਅਧੂਰਾ ਛੱਡਣ ਦਾ ਸੁਪਨਾ ਵੀ ਕਿਵੇਂ ਦੇਖ ਸਕਦਾ। ਕਾਂਗਰਸ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਬੇਸ਼ਰਮੀ ਦੇਖੋ ਕਿ ਪਾਰਟੀ ਦਫ਼ਤਰ 'ਚ ਵੰਦੇ ਮਾਤਰਮ ਗਾਇਆ ਜਾ ਰਿਹਾ ਤੇ ਉਦੋਂ ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਖੜਗੇ ਨੂੰ ਗੀਤ ਰੋਕਣ ਲਈ ਕਹਿ ਦਿੱਤਾ। ਅਸੀਂ ਸਾਰੇ ਟੀਵੀ ਤੇ ਦੇਖਦੇ ਰਹੇ। 80 ਸਾਲ ਬਾਅਦ ਬੰਕਿਮ ਚੰਦਰ ਚਟੋਪਾਧਿਆਏ ਦਾ ਇਹ ਅਮਰ ਗੀਤ ਮੁੜ ਸਨਮਾਨ ਹਾਸਿਲ ਕਰ ਰਿਹਾ, ਪਰ ਸੋਨੀਆ ਗਾਂਧੀ ਨੂੰ ਇਹ ਵੀ ਰਾਸ ਨਹੀਂ ਆਇਆ। ਸੋਨੀਆ ਜੀ, 140 ਕਰੋੜ ਲੋਕ ਤੁਹਾਨੂੰ ਦੇਖ ਰਹੇ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਤੁਸੀਂ ਜੋ ਗਲਤੀ ਕੀਤੀ ਹੈ, ਦੇਸ਼ ਦੀ ਜਨਤਾ ਇਸ ਨੂੰ ਕਦੇ ਮਾਫ ਨਹੀਂ ਕਰੇਗੀ। ਕੋਈ ਸੁਪਨੇ 'ਚ ਵੀ ਕਿਵੇਂ ਸੋਚ ਸਕਦਾ ਹੈ ਕਿ ਵੰਦੇ ਮਾਤਰਮ ਨੂੰ ਅਧੂਰਾ ਛੱਡਿਆ ਜਾਏ। ਕਾਂਗਰਸ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਥੋੜੀ ਵੀ ਸ਼ਰਮ ਬਚੀ ਹੈ, ਦੋਵੇਂ ਹੱਥ ਜੋੜ ਕੇ ਬੰਕਿਮ ਬਾਬੂ ਤੇ ਦੇਸ਼ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ। 15 ਅਗਸਤ ਦੇ ਦਿਹਾੜੇ ਤੇ ਜਦੋਂ ਰਾਸ਼ਟਰੀ ਗਾਨ ਗਾਇਆ ਜਾ ਰਿਹਾ ਸੀ ਤਾਂ ਕਾਂਗਰਸ ਦੇ ਸੁਪਰੀਮੋ ਲੀਡਰ ਸੋਨੀਆ ਗਾਂਧੀ ਤੇ ਮਲਕਾ ਅਰਜਨ ਖੜਗੇ ਤੇ ਹੋਰ ਸਾਰੇ ਲੀਡਰਾਂ ਨੇ ਇਸ ਤਰ੍ਹਾਂ ਇਸ਼ਾਰੇ ਕੀਤੇ ਕਿ ਰਾਸ਼ਟਰੀ ਗੀਤ ਨੂੰ ਬੰਦ ਕੀਤਾ ਜਾਏ, ਜਦੋਂ ਕਿ ਸਾਡੇ ਰਾਸ਼ਟਰੀ ਗਾਨ ਦਾ ਪ੍ਰੋਟੋਕਾਲ ਹੁੰਦਾ ਹੈ ਕਿ ਆਪਾਂ ਬਿਲਕੁਲ ਸਿੱਧੇ ਖੜ ਕੇ ਰਾਸ਼ਟਰੀ ਗਾਨ ਗਾਈ, ਕਿਉਂਕਿ ਜਿਹੜੇ ਸਾਰੇ ਰਾਸ਼ਟਰੀ ਗੀਤ ਨੇ ਸਾਡੇ ਦੇਸ਼ ਦੇ ਧਰੋਹਰ ਨੇ। ਪਰ ਬੜੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਜਿਹੜਾ ਆਪਣਾ ਦੋਹਰਾ ਮਖੌਟਾ ਪਾ ਕੇ ਕੰਮ ਕਰਦੀ ਹੈ, ਹੁਣ ਜਗ ਜ਼ਾਹਿਰ ਹੋ ਚੁੱਕੀ ਹੈ, ਜਿਸ ਕਾਰਨ ਅਸੀਂ ਆਪਣੀ ਪਾਰਟੀ ਦੀ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਸੰਗਰੂਰ ਦੇ ਵਿੱਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਬਾਹਰ ਰਾਸ਼ਟਰੀ ਗਾਨ ਗਾਉਣ ਵਾਸਤੇ ਆਏ ਆ, ਤਾਂ ਜੋ ਉਹਨਾਂ ਨੂੰ ਅਹਿਸਾਸ ਹੋਵੇ ਕਿ ਸਾਡੇ ਦੇਸ਼ ਦਾ ਸੰਵਿਧਾਨ ਕੀ ਹੈ। ਪਰ ਬੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅੱਗੇ ਆ ਜਾਣ ਨਹੀਂ ਦਿੱਤਾ ਗਿਆ, ਲੇਕਿਨ ਬਾਅਦ ਚ ਸਹਿਮਤੀ ਬਣੀ। ਪੁਲਿਸ ਪ੍ਰਸ਼ਾਸਨ ਬੈਰੀਗੇਡ ਖੋਲੇਗਾ ਤੇ ਅਸੀਂ ਇੱਥੇ ਖੜ ਕੇ ਸ਼ਾਂਤਮਈ ਤਰੀਕੇ ਦੇ ਨਾਲ ਰਾਸ਼ਟਰੀ ਗਾਨ ਗਾਵਾਂਗੇ। ਕੀ ਕਾਰਨ ਹੈ? ਅੱਜ ਅਸੀਂ ਸੰਗਰੂਰ ਦੇ ਵਿਖੇ ਸਾਡੇ ਪਾਰਟੀ ਹਾਈ ਕਮਾਂਡ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਜਿੱਥੇ ਕੱਲ ਪੂਰੇ ਦੇਸ਼ ਦੇ ਵਿੱਚ 15 ਅਗਸਤ ਦੇ ਮੌਕੇ ਪੂਰੇ ਦੇਸ਼ ਨੇ ਆਜ਼ਾਦੀ ਦੇ ਦਿਹਾੜੇ ਦੀ ਖੁਸ਼ੀ ਮਨਾਈ, ਉੱਥੇ ਹੀ ਇੱਕ ਮੰਦਭਾਗੀ ਘਟਨਾ ਜਿਹੜੀ ਸਾਡੇ ਦੇਸ਼ ਲਈ ਇੱਕ ਤਰਾਸਦੀ ਬਣ ਕੇ ਨਿਕਲੀ, ਜਿਹਦੇ ਵਿੱਚ ਸਾਰੇ ਹੀ ਹਿੰਦੁਸਤਾਨ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਸਾਡੇ ਵੰਦੇ ਮਾਤਰਮ ਦੇ ਗਾਇਨ ਮੌਕੇ ਕਾਂਗਰਸ ਪਾਰਟੀ ਦੇ ਸੁਪਰੀਮ ਲੀਡਰ ਸੋਨੀਆ ਗਾਂਧੀ ਜੀ, ਮੱਲਿਕਾ ਅਰਜੁਨ ਖੜਗੇ ਜੀ ਅਤੇ ਹੋਰ ਸਾਰੇ ਲੀਡਰਾਂ ਨੇ ਕਿਸ ਤਰੀਕੇ ਨਾਲ ਇਸ਼ਾਰੇਬਾਜ਼ੀ ਕੀਤੀ ਕਿ ਇਹ ਗੀਤ ਨੂੰ ਬੰਦ ਕੀਤਾ ਜਾਵੇ, ਇਹ ਗੀਤ ਨੂੰ ਰੋਕਿਆ ਜਾਵੇ। ਜਿਸ ਤਰੀਕੇ ਨਾਲ ਸਾਡੇ ਜਿਹੜੇ ਰਾਸ਼ਟਰਗਾਨ ਦਾ ਸਾਡਾ ਪ੍ਰੋਟੋਕੋਲ ਹੁੰਦਾ ਹੈ ਕਿ ਆਪਾਂ ਬਿਲਕੁਲ ਚੁੱਪੀ ਸਾਧ ਕੇ, ਬਿਲਕੁਲ ਸਰੀਰਕ ਅਵਸਥਾ ਸਿੱਧੀ ਰੱਖ ਕੇ ਉਸ ਚੀਜ਼ ਨੂੰ ਜਿਹੜਾ ਹੈ ਆਪਾਂ ਪਰਫਾਰਮ ਕਰਦੇ ਹਾਂ, ਉਸੇ ਤਰੀਕੇ ਨਾਲ ਜਿਹੜਾ ਸਾਡਾ ਵੰਦੇ ਮਾਤਰਮ ਹੈ ਉਹਨੂੰ ਵੀ ਅਸੀਂ ਤਹਿ ਸਤਿਕਾਰ ਦੇ ਨਾਲ, ਕਿਉਂਕਿ ਹੁਣ ਤਾਂ ਸਦਨ ਦੇ ਵਿੱਚ ਵੀ ਇਸ ਚੀਜ਼ ਦਾ ਮਤਾ ਆ ਚੁੱਕਿਆ ਤੇ ਉਹਨੂੰ ਵੀ ਅਸੀਂ ਪੂਰੇ ਸਤਿਕਾਰ ਦੇ ਨਾਲ ਜਿਹੜਾ ਉਹ ਪੂਰੇ ਰਿਚੁਅਲਸ ਦੇ ਨਾਲ ਉਹਨੂੰ ਪਰਫਾਰਮ ਕੀਤਾ ਜਾਂਦਾ, ਕਿਉਂਕਿ ਇਹ ਜਿਹੜੇ ਸਾਰੇ ਰਾਸ਼ਟਰਗਾਨ ਨੇ ਇਹ ਸਾਡੇ ਦੇਸ਼ ਦੀ ਧਰੋਹਰ ਨੇ। ਸਾਰਿਆਂ ਦੇ ਵਿੱਚ ਦੇਸ਼ ਭਗਤੀ ਤੇ ਦੇਸ਼ ਸਮਰਪਣ ਕੁੱਟ-ਕੁੱਟ ਕੇ ਭਰਿਆ। ਪਰ ਬੜੇ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਆਪਣਾ ਜਿਹੜਾ ਸ਼ੁਰੂ ਤੋਂ ਡਬਲ ਜਿਹੜਾ ਦੋਹਰਾ ਮੁਖੌਟਾ ਹੈ ਉਹ ਜਿਹੜਾ ਪਾ ਕੇ ਹਮੇਸ਼ਾ ਦੋਹਰੇ ਕੰਮ ਕਰਦੀ ਰਹੀ ਹੈ, ਕੱਲ ਉਹ ਜਗ ਜ਼ਾਹਰ ਹੋ ਚੁੱਕੀ। ਪੱਛਮੀ ਬੰਗਾਲ ਦੇ ਤਾਰਾਪੀਠ 'ਚ ਇੱਕ ਹੋਟਲ 'ਚ ਲੱਗੀ ਅੱਗ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਨੇ। ਪੁਲਿਸ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਦੱਸਿਆ ਕਿ ਅੱਗ ਤਾਰਾਪੀਠ ਸਥਿਤ 4 ਮੰਜ਼ਿਲਾ ਹੋਟਲ ਦੀ ਹੇਠਲੀ ਮੰਜ਼ਲ ਤੇ ਸਵੇਰੇ ਕਰੀਬ 5 ਵਜੇ ਲੱਗੀ, ਜਦੋਂ ਜ਼ਿਆਦਾਤਰ ਮਹਿਮਾਨ ਸੌਂ ਰਹੇ ਸਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ। ਜ਼ਖਮੀਆਂ ਨੂੰ ਰਾਮਪੁਰ ਹਾਟ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੇ ਸੂਤਰਾਂ ਨੇ ਸ਼ੁਰੂ 'ਚ ਇਸ ਘਟਨਾ 'ਚ 5 ਮੌਤਾਂ ਦੀ ਜਾਣਕਾਰੀ ਦਿੱਤੀ ਸੀ, ਹਾਲਾਂਕਿ ਬਾਅਦ 'ਚ ਪੁਲਿਸ ਨੇ 7 ਮੌਤਾਂ ਦੀ ਪੁਸ਼ਟੀ ਕੀਤੀ ਹੈ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰਦੁੱਲਾਪੁਰ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਸੁਖਦੀਪ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਸਰਦੁੱਲਾਪੁਰ ਆਪਣੇ ਤਾਏ ਦੇ ਲੜਕੇ ਨਾਲ ਆਪਣੀ ਦੁਕਾਨ ਬੰਦ ਕਰ ਰਿਹਾ ਸੀ। ਇਸ ਦੌਰਾਨ ਸਕਾਰਪੀਓ ਗੱਡੀ 'ਚ ਸਵਾਰ ਹੋ ਕੇ ਆਏ 3 ਨੌਜਵਾਨਾਂ ਵੱਲੋਂ ਉਹਨਾਂ ਤੇ ਫਾਇਰਿੰਗ ਕੀਤੀ ਗਈ। ਫਾਇਰਿੰਗ ਦੌਰਾਨ ਇੱਕ ਗੋਲੀ ਸੁਖਦੀਪ ਸਿੰਘ ਨੂੰ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਤੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਕਰੀਬ 10 ਦਿਨ ਪਹਿਲਾਂ ਉਹਨਾਂ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਸੇ ਰੰਜਿਸ਼ ਕਾਰਨ ਉਹਨਾਂ ਤੇ ਹਮਲਾ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਤੁਹਾਡਾ ਨਾਮ ਹੈ ਤੇ ਕੀ ਘਟਨਾ ਹੋਈ ਹੈ? ਭਾਈ ਮੇਰਾ ਨਾਮ ਜਸ਼ਨਪ੍ਰੀਤ ਸਿੰਘ। ਅਸੀਂ ਆਪਦੀ ਦੁਕਾਨ ਵਧਾਉਂਦੇ ਸੀ ਤੇ ਉੱਥੇ ਅਸੀਂ ਖਲੋਤੇ ਸੀ ਦੁਕਾਨ ਵਧਾਉਂਦੇ। ਜੋਬਨ, ਹਰਦੀਪ, ਭੀਮਕਦੀਮ, ਭਾਗਾ ਮੰਡ, ਇਹ ਤਿੰਨੇ ਜਣੇ ਆਏ ਸਕਾਰਪੀਓ ਗੱਡੀ 'ਚ। ਪਹਿਲਾਂ ਇਹ ਗਏ ਭੀਮਕਦੀਮ, ਠੀਕ ਆ ਜੀ, ਉਧਰੋਂ ਬਾਅਦ 'ਚ ਵਾਪਸ ਆਏ ਆ। ਇਹਨਾਂ ਨੇ ਫੈਰ ਫੂਰ ਮਾਰਦੇ ਆਏ ਉਧਰੋਂ ਚੱਕੀ ਕੋਲੋਂ ਹੀ, ਤੇ ਉਧਰੋਂ ਬਾਅਦ ਫੈਰ ਮਾਰਦੇ ਆਏ। ਸਾਡੇ ਮੁੰਡੇ ਦੇ ਇੱਕ ਫੈਰ ਲੱਗਾ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ? ਅਸੀਂ ਸਰਦੁੱਲਾਪੁਰ ਜੀ।
ਤੇ ਪਹਿਲਾਂ ਕੋਈ ਪੁਰਾਣੀ ਕੋਈ ਰੰਜਿਸ਼ ਹੈ? ਕੋਈ ਰੰਜਿਸ਼ ਨਹੀਂ ਜੀ ਪੁਰਾਣੀ। ਕੀ ਮੁੰਡੇ ਪਹਿਲਾਂ ਦਾ ਪਰਸੋਂ ਹੀ ਆਏ ਇੱਥੇ ਆਪਣੇ ਭੀਮ ਕਦੀਮ, ਉੱਥੇ ਉਹਨਾਂ ਨੇ ਫਾਇਰ ਕੀਤੇ ਆ ਜੀ, 3-4 ਫਾਇਰ ਉੱਥੇ ਕੀਤੇ। ਨਾਮ ਕੀ ਹੈ ਮੁੰਡੇ ਦਾ ਜਿਹੜਾ ਜੋਬਨ ਆ ਜੀ, ਮਿਆਣੀ ਦਾ ਜੋਬਨ ਢਿੱਲੋਂ। ਜਿਹਦੇ ਸੁਖਦੀਪ ਸਿੰਘ ਆ ਜੀ ਜਿਹਦੇ ਫਾਇਰ ਲੱਗਾ, ਲੱਗਦਾ ਕਿ ਭਰਾ ਹੀ ਆ ਜੀ ਸਾਡਾ, ਤਾਇਆ ਜੀ ਦਾ ਪੁੱਤਰ ਆ ਜੀ। ਇਹ ਪਹਿਲਾਂ ਕੋਈ ਪ੍ਰਸ਼ਾਸਨ ਨੂੰ ਜਾਂ ਕੋਈ ਇਤਲਾਹ ਕੀਤੀ ਤੁਸੀਂ ਹੁਣ? ਅਸੀਂ ਪਹਿਲਾਂ ਕੋਈ ਨਹੀਂ ਕੀਤੀ, ਹੁਣ ਇਹ ਆਏ ਆ ਤੇ ਹੁਣ ਇਹਨਾਂ ਨੂੰ ਕਿਹਾ ਸੀ, ਅਸੀਂ ਪਹਿਲਾਂ ਪੁਲਿਸ ਤੱਕ ਕਿਹਾ ਸੀਗਾ, ਪੁਲਿਸ ਪਹੁੰਚੀ ਮੌਕੇ ਤੇ? ਕੋਈ ਨਹੀਂ ਜੀ ਆਇਆ ਉੱਥੇ। ਕਿੰਨਾ ਟਾਈਮ ਹੋ ਗਿਆ ਇਹਨੂੰ ਜੀ ਹੋ ਗਏ ਸੀ 10 ਦਿਨ ਲੱਗ ਗਿਆ ਫਿਰ। ਹੁਣ ਜਦੋਂ ਫਾਇਰ ਵੱਜਿਆ ਇਹ ਜੀ ਹੁਣ ਅੱਧਾ ਪੌਣਾ ਘੰਟਾ ਹੋਇਆ। ਕਿੰਨੇ ਫਾਇਰ ਵੱਜੇ ਨੇ? 4-5 ਫਾਇਰ ਕੀਤੇ ਉਹਨੇ, ਪਹਿਲਾਂ ਚੱਕੀ ਲਾਗੂ ਕਰਦਾ ਆ, 3 ਫਾਇਰ ਉੱਥੇ ਕੀਤੇ, 2 ਸਾਡੇ ਲਾਗੇ ਆ ਕੇ ਕੀਤੇ, 1 ਫਾਇਰ ਸਾਡੇ ਮੁੰਡੇ ਦੇ ਲੱਗਾ ਜੀ। ਹੁਣ ਮੁੰਡੇ ਦੀ ਹਾਲਤ ਕਿੱਦਾਂ ਦੀ ਹੈ? ਹੁਣ ਤੇ ਜੀ ਬਹੁਤ ਹੀ ਗੰਭੀਰ ਹੀ ਆ ਜੀ, ਇਹਨੂੰ ਰੈਫਰ ਕਰਨ ਲੱਗੇ? ਰੈਫਰ ਕਰ ਲੱਗੇ ਕਪੂਰਥਲਾ ਜੀ। ਇਹ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਮੰਗ ਜੀ ਆਪਣੀ ਇਨਸਾਫ ਦੀ ਕਰਦੇ ਆ ਜੀ, ਇਨਸਾਫ ਹੋਣਾ ਚਾਹੀਦਾ ਸਾਡੇ ਨਾਲ। ਮੈਂ ਡਾਕਟਰ ਸੁਪਨੀਤ ਕੌਰ, ਇੱਥੇ ਸੁਲਤਾਨਪੁਰ ਲੋਧੀ ਵਿੱਚ ਇਸ ਟਾਈਮ ਮੇਰੀ ਨਾਈਟ ਡਿਊਟੀ ਚੱਲ ਰਹੀ ਹੈ ਔਰ ਉਸ ਦੇ ਦੌਰਾਨ ਆਪਣੇ ਕੋਲ ਪੇਸ਼ੈਂਟ ਆਇਆ ਹੈ ਸੁਖਦੀਪ ਸਿੰਘ, ਜੋ ਕਿ 25 ਸਾਲ ਦਾ ਹੈਗਾ ਐਂਡ ਇਹਨੇ ਆਪਣੀ ਹਿਸਟਰੀ ਦਿੱਤੀ ਹੈ ਵਿਦ ਫਾਇਰਆਰਮ ਇੰਜਰੀ, ਠੀਕ ਹੈ। ਔਰ ਆਪਾਂ ਇੱਥੇ ਐਗਜ਼ਾਮਿਨ ਕੀਤਾ ਹੈ, ਥੋੜਾ ਆਪਾਂ ਇਹਨਾਂ ਦਾ ਪਰਚਾ ਕੱਟਿਆ ਹੈ, ਪਰ ਆਪਾਂ ਮੇਨ ਓਪੀਨੀਅਨ ਦੇ ਸਕਦੇ ਆ ਆਫਟਰ ਸਰਜਰੀ ਓਪੀਨੀਅਨ, ਠੀਕ ਹੈ। ਉਹਦੇ ਕਰਕੇ ਆਪਾਂ ਇਹਨਾਂ ਨੂੰ ਅੱਗੇ ਰੈਫਰ ਕੀਤਾ ਹੈ ਕਪੂਰਥਲਾ ਸਿਵਲ ਹਸਪੀਟਲ ਵਿੱਚ। ਹਾਲਾਤ ਕਿੱਦਾਂ ਦੇ ਸੀ? ਉਹਨਾਂ ਦੇ ਆਪਾਂ ਨੂੰ ਐਂਟਰੀ ਵੂਨ ਤਾਂ ਦਿਖਿਆ ਆ, ਜਿਹੜਾ ਕਿ ਇੱਕ ਲੈਫਟ ਚੀਕ ਦੇ ਅਰਾਊਂਡ ਸੀਗਾ, ਪਰ ਆਪਾਂ ਨੂੰ ਐਗਜ਼ਿਟ ਵੂਨ ਨਹੀਂ ਦਿਖਿਆ। ਉਹਦੇ ਲਈ ਆਪਾਂ ਨੂੰ ਇਹਨਾਂ ਦੀ ਅੱਗੇ ਐਕਸ-ਰੇ ਚਾਹੀਦਾ ਹੈ, ਸਰਜਰੀ ਓਪੀਨੀਅਨ ਚਾਹੀਦਾ, ਜਿਹੜਾ ਕਿ ਆਪਾਂ ਨੂੰ ਇਸ ਟਾਈਮ ਸਿਵਲ ਹਸਪੀਟਲ ਕਪੂਰਥਲਾ 'ਚ ਮਿਲੇਗਾ। ਹਾਲਤ ਕਿੱਦਾਂ ਦੀ ਸੀ? ਸੀਰੀਅਸ ਕੰਡੀਸ਼ਨ? ਨਹੀਂ ਸੀਰੀਅਸ ਤਾਂ ਨਹੀਂ ਸੀ, ਪੇਸ਼ੈਂਟ ਥੋੜਾ ਮਤਲਬ ਕੌਨਸ਼ੀਅਸ ਹੈਗਾ ਆ, ਵਾਈਟਲਸ ਨੋਰਮਲ ਨੇ ਉਹਨਾਂ ਦੇ। ਪੇਸ਼ੈਂਟ ਆਪਣਾ ਮਤਲਬ ਪੂਰਾ ਸੁਰਤ ਵਿੱਚ ਹੈਗਾ ਇਸ ਟਾਈਮ, ਖੁਦ ਚੱਲ ਕੇ ਗਿਆ ਹੈ, ਆਪਾਂ ਐਂਬੂਲੈਂਸ ਕਰਾ ਕੇ ਉਹਨਾਂ ਨੂੰ ਭੇਜਿਆ ਹੈ, ਅੱਗੇ ਰੈਫਰ ਕੀਤਾ ਹੈ। ਪਿਛਲੇ ਸਾਲ ਰਾਵੀ ਦਰਿਆ 'ਚ ਆਏ ਹੜ੍ਹਾਂ ਨਾਲ ਜਿੱਥੇ ਵੱਡਾ ਨੁਕਸਾਨ ਹੋਇਆ ਸੀ, ਉੱਥੇ ਹੀ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਇਸ ਹੜ੍ਹ ਦਾ ਡਰ ਫਿਰ ਤੋਂ ਸਤਾਉਣ ਲੱਗਿਆ ਹੈ। ਨਜ਼ਦੀਕ ਪਿੰਡ ਗੁਰਚੱਕ ਰਾਵੀ ਦਰਿਆ ਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ 'ਚ ਵੱਡੇ ਪੱਧਰ ਤੇ ਇਕੱਠੇ ਹੋਏ ਕਿਸਾਨਾਂ ਵੱਲੋਂ ਫਿਰ ਤੋਂ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡਾਂ 'ਚ ਰਾਵੀ ਦਰਿਆ ਦੇ ਪਾਣੀ ਨਾਲ ਹੜ੍ਹ ਆਉਣ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਰਾਵੀ ਦਰਿਆ ਦੀ ਸਾਫ਼ ਸਫਾਈ ਦੇ ਨਾਂ ਤੇ ਵੱਡੇ ਪੱਧਰ ਤੇ ਕੀਤੀ ਗਈ ਰੇਤੇ ਦੀ ਨਜਾਇਜ਼ ਮਾਈਨਿੰਗ ਕਾਰਨ ਪਾਣੀ ਦਾ ਵਹਾਅ ਨਜ਼ਦੀਕ ਪਿੰਡ ਗੁਰਚੱਕ ਦੇ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਢਾਹ ਲਾ ਰਿਹਾ ਤੇ ਹੁਣ ਤੱਕ 50 ਏਕੜ ਦੇ ਕਰੀਬ ਜ਼ਮੀਨ ਰਾਵੀ ਦਰਿਆ ਦੀ ਲਪੇਟ ਵਿੱਚ ਆ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਬਾਬਤ ਸਰਕਾਰ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਵੀ ਸਰਹੱਦੀ ਇਲਾਕੇ ਦੇ ਲੋਕਾਂ ਦੇ ਜੀਵਨ ਦੀ ਕੋਈ ਪਰਵਾਹ ਨਹੀਂ ਹੈ। ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਪੰਜਾਬ ਦੇ ਆਗੂਆਂ ਤੇ ਹੋਰ ਕਿਸਾਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨੇ ਇਸ ਖੇਤਰ ਦੇ ਵਿੱਚ ਜਿਹੜੇ ਆਪਣੇ ਟਰਾਂਸਫਾਰਮਰ ਨੇ ਉਹ ਤਾਰ ਲਏ ਨੇ, ਇੱਕ ਸਰਕਾਰੀ ਟਿਊਬਵੈਲ ਇੱਥੇ ਜਿਹੜਾ ਲੱਗਾ ਹੋਇਆ ਉਹਦੀਆਂ ਮੋਟਰਾਂ ਤਾਰ ਕੇ ਲੈ ਗਏ ਨੇ, ਤਾਰਾਂ ਤਾਰ ਕੇ ਲੈ ਗਏ ਨੇ। ਉਹਨਾਂ ਨੂੰ ਸਰਕਾਰੀ ਟਰਾਂਸਫਾਰਮਰਾਂ ਦਾ ਤੇ ਫਿਕਰ ਆ, ਉਹ ਤੇ ਲਾ ਲਏ ਨੇ, ਆਪਣੀਆਂ ਤਾਰਾਂ ਤਾਰ ਲੀਆਂ ਨੇ। ਪਰ ਇਹਨਾਂ ਜਿਹੜੇ ਪਿੰਡ ਨੇ ਗੁਰਚੱਕ, ਗੁਣੀਆਂ, ਜਿਹੜਾ ਆਪਣਾ ਮਨਸੂਰ ਹੈ, ਧਰਮਕੋਟ ਪੱਤਣ ਹੈ ਤੇ ਗਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਪਹਿਲਾ ਪਿੰਡ ਘੋਨੇ ਵਾਲਾ, ਇਹਨਾਂ ਪਿੰਡਾਂ ਦੇ ਲੋਕਾਂ ਦੇ ਜੀਵਨ ਦੀ ਵੀ ਸਰਕਾਰਾਂ ਨੂੰ ਜਿਹੜੀ ਆ ਕੋਈ ਪਰਵਾਹ ਨਹੀਂ। ਕਿਉਂਕਿ ਜੇ ਥੋੜਾ ਜਿਹਾ ਪਾਣੀ ਹੋਰ ਹੋਇਆ ਤੇ ਦਰਿਆ ਨੇ ਆਪਣਾ ਵਹਿਣ ਬਦਲ ਕੇ ਸਿੱਧਾ ਕਰ ਲੈਣਾ। ਜਿਹੜਾ ਸਰਕਾਰ ਨੇ ਪੁਲ ਬਣਾਇਆ ਘੋਨੇ ਵਾਲਾ ਦੇ ਲਾਗੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਸਰਹੱਦ ਦੇ ਉੱਤੇ, ਉਹ ਪੁਲ ਜਿਹੜਾ ਇੱਕ ਪਾਸੇ ਰਹਿ ਜਾਣਾ, ਦਰਿਆ ਨੇ ਸਿੱਧੀ ਮਾਰ ਇਹਨਾਂ ਪਿੰਡਾਂ ਨੂੰ ਕਰਨੀ ਆ। ਔਰ ਖਾਸ ਤੌਰ ਤੇ ਜਿਹੜਾ ਘੋਨੇ ਵਾਲਾ ਪਿੰਡ ਆ ਉਹ ਸਿੱਧੀ ਉਧਰ ਨੂੰ ਟੱਕਰ ਇਹਨੇ ਜਿਹੜੀ ਆ ਸੇਧ ਲਈ ਹੋਈ ਆ। ਵੱਡੇ ਪੱਧਰ ਦੇ ਉੱਤੇ ਜਿਹੜਾ ਦਰਿਆ ਦਾ ਜਿਹੜਾ ਇੱਧਰ ਨੂੰ ਜਾ ਕੇ ਹੜ੍ਹ ਦਾ ਪਾਣੀ, ਜਿਹੜਾ ਦਰਿਆ ਦਾ ਪਾਣੀ ਵੱਡੇ ਪੱਧਰ ਤੇ ਇਲਾਕੇ ਦੇ ਉੱਤੇ ਤਬਾਹੀ ਮਚਾਏਗਾ ਜੇ ਇਹਨੂੰ ਰੋਕਣ ਦਾ ਸਰਕਾਰ ਵੱਲੋਂ ਕੋਈ ਜਿਹੜਾ ਬੰਦੋਬਸਤ ਨਹੀਂ ਕੀਤਾ ਜਾਂਦਾ। ਪਹਿਲਾ ਐਕਸ਼ਨ ਕੀ ਹੋਏਗਾ ਤੁਹਾਡਾ ਜੇ ਮੰਨ ਲਓ ਇਹ ਕਰਦੇ? ਔਰ ਇਸ ਤੋਂ ਪਹਿਲਾਂ ਐਕਸ਼ਨ ਤੋਂ ਪਹਿਲਾਂ ਅਸੀਂ ਮੰਗ ਕਰਦੇ ਹਾਂ, ਅਸੀਂ ਆਸ ਕਰਦੇ ਹਾਂ ਵੀ ਸਰਕਾਰ ਜਿਹੜੀ ਲੋੜੀਂਦੀ ਕਾਰਵਾਈ ਕਰੇਗੀ। ਸਾਡੀ ਮੰਗ ਆ ਕਿ ਸਰਕਾਰ ਤੁਰੰਤ ਜਿਹੜੀ ਆ ਦਰਿਆ ਦੀ ਸਫਾਈ ਕਰਾਵੇ ਔਰ ਇਹਦੇ ਨਾਲ ਦੀ ਨਾਲ ਜਿਹੜਾ ਐਡਵਾਂਸ ਬੰਨ੍ਹ ਹੈ ਇਹਦੇ ਨਾਲ ਪਿਛਲੇ ਮਤਲਬ ਪਹਿਲਾਂ ਜਿਹੜਾ ਠੋਕਰਾਂ ਵੱਜੀਆਂ ਨੇ ਪੱਥਰਾਂ ਦੀਆਂ, ਵੱਡੇ ਪੱਧਰ ਦੇ ਉੱਤੇ ਜਿਹੜਾ ਆਧਾਰ ਢਾਂਚਾ ਉਸ ਬੰਨ੍ਹ ਦਾ ਮੌਜੂਦ ਹੈ। ਥੋੜੇ ਜਿਹੇ ਫੰਡਾਂ ਦੇ ਨਾਲ, ਥੋੜੇ ਜਿਹੇ ਯਤਨਾਂ ਨਾਲ ਜਿਹੜਾ ਦਰਿਆ ਦਾ ਵਹਿਣਾ ਤੋਂ ਬੜੇ ਆਰਾਮ ਨਾਲ ਉਹਨੂੰ ਮੋੜਿਆ ਜਾ ਸਕਦਾ ਵਾ। ਇਸ ਵੱਡੇ ਖਤਰੇ ਤੋਂ ਜਿਹੜਾ ਉਪਜਾਊ ਜ਼ਮੀਨਾਂ ਨੂੰ ਵੀ ਜਿਹੜਾ ਬਚਾਇਆ ਜਾ ਸਕਦਾ ਤੇ ਇਲਾਕੇ ਦੇ ਜਿਹੜੇ ਪਿੰਡ ਮਤਲਬ ਲੋਕ ਨੇ ਉਹਨਾਂ ਦੇ ਜੀਵਨ ਨੂੰ ਵੀ ਜਿਹੜਾ ਵੱਡਾ ਖਤਰਾ ਪੈਦਾ ਹੋਇਆ ਵਾ, ਉਹਦੇ ਤੋਂ ਵੀ ਲੋਕਾਂ ਦਾ ਜਿਹੜਾ ਬਚਾਅ ਉਹ ਹੋ ਸਕਦਾ। ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਲਗਾਤਾਰ ਡੀਸਿਲਿੰਗ ਹੁੰਦੀ ਰਹੀ, ਦਰਿਆ ਦੀ ਸਾਫ਼ ਸਫਾਈ ਹੁੰਦੀ ਰਹੀ ਆ, ਉਦੋਂ ਕਿਉਂ ਨਹੀਂ ਇਹੋ ਜਿਹੇ ਸਾਡੇ ਵੱਲੋਂ ਉਪਰਾਲੇ ਕੀਤੇ ਜਾਂਦੇ ਲੋਕਾਂ ਵੱਲੋਂ, ਸਾਡੇ ਇਲਾਕੇ ਦੇ ਲੋਕਾਂ ਨੂੰ ਜਾਂ ਲੀਡਰਾਂ ਵੱਲੋਂ? ਵੇਖੋ ਜਿੱਥੋਂ ਤੱਕ ਇਸ ਇਲਾਕੇ ਦੇ ਲੋਕਾਂ ਦੀ ਗੱਲ ਆ, ਇਲਾਕੇ ਦੇ ਲੋਕ ਹਮੇਸ਼ਾ ਹੀ ਜਿਹੜੀ ਆ ਉਹ ਮੰਗ ਕਰਦੇ ਨੇ, ਆਵਾਜ਼ ਉਠਾਉਂਦੇ ਨੇ,
ਪਰ ਸਮੱਸਿਆ ਇੱਥੇ ਰਹਿ ਜਾਂਦੀ ਹੈ ਕਿ ਲੋਕਾਂ ਦਾ ਜਿਹੜੀ ਆਵਾਜ਼ ਹੈ ਉਹ ਕੋਈ ਬਹੁਤੀ ਜਥੇਬੰਦ ਤੇ ਇਕਮੁੱਠ ਜੀ ਵੱਡੇ ਪੱਧਰ ਉੱਤੇ ਨਾ ਹੋਣ ਕਰਕੇ ਉਹ ਜਿਹੜੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਣ ਤੋਂ ਪਹਿਲਾਂ ਥੱਲੇ ਜਿਹੜੀ ਆ ਦਬਾ ਦਿੱਤੀ ਜਾਂਦੀ ਹੈ। ਜੇ ਪਹੁੰਚਦੀ ਵੀ ਹੈ ਤੇ ਕਿਉਂਕਿ ਸਰਕਾਰੀ ਮਹਿਕਮੇ ਸਾਰੇ ਕਾਹੇ ਦੇ ਵਿੱਚ ਭਾਈਵਾਲ ਨੇ, ਉਹਦੇ ਤੇ ਕੋਈ ਵੀ ਕਾਰਵਾਈ ਜਿਹੜੀ ਆ ਨਹੀਂ ਹੁੰਦੀ। ਸਾਡੀ ਜਥੇਬੰਦੀ ਸਮੇਂ-ਸਮੇਂ ਤੇ ਇਹ ਮੰਗ ਜਿਹੜੀ ਆ ਕਰਦੀ ਆਈ ਆ, ਪਿਛਲੇ ਸਮੇਂ ਤੋਂ ਵੀ ਅਸੀਂ ਇਹਦੇ ਵੱਲ ਜਿਹੜਾ ਸਰਕਾਰ ਦਾ ਪ੍ਰਸ਼ਾਸਨ ਦਾ ਧਿਆਨ ਦਿਵਾਉਂਦੇ ਰਹੇ ਆ, ਪਰ ਸਰਕਾਰਾਂ ਦਾ ਪ੍ਰਸ਼ਾਸਨ ਦਾ ਵਿੱਚ ਮਿਲੀ ਭੁਗਤ ਹੋਣ ਕਰਕੇ ਇਹਦੇ ਤੇ ਕੋਈ ਧਿਆਨ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਲੱਗਦਾ ਨਹੀਂ ਵੀ ਦਰਿਆ ਦੀ ਸਾਫ਼ ਸਫਾਈ ਦੇ ਨਾਂ ਤੇ ਲੱਖਾਂ ਰੁਪਏ ਜਿਹੜਾ ਕਰੋੜਾਂ ਰੁਪਏ ਫੰਡ ਜਿਹੜਾ ਖਾਧਾ ਜਾਂਦਾ ਇਹਨਾਂ ਲੋਕਾਂ ਵੱਲੋਂ। ਬਿਲਕੁਲ, ਵੇਖੋ ਬੜਾ ਸਾਫ਼ ਤੇ ਸਪਸ਼ਟ ਗੱਲ ਹੈ, ਮੈਂ ਪਹਿਲਾਂ ਵੀ ਬੋਲ ਚੁੱਕਿਆ ਕਿ ਡੀਸਿਲਟਿੰਗ ਨਾਂ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਫੰਡ ਅਲਾਟ ਕੀਤਾ ਜਾਂਦਾ, ਮੁਹੱਈਆ ਕੀਤਾ ਜਾਂਦਾ, ਜਾਰੀ ਕੀਤਾ ਜਾਂਦਾ, ਉਹ ਕੁੱਲ ਵਟਾ ਕੁੱਲ ਅਫਸਰਸ਼ਾਹੀ ਖਾਂਦੀ ਹੈ। ਔਰ ਜਿਹੜਾ ਜਿਨ੍ਹਾਂ ਨੂੰ ਠੇਕਾ ਦਿੱਤਾ ਜਾਂਦਾ ਡੀਸਿਲਟਿੰਗ ਦਾ, ਉਹਨਾਂ ਨੂੰ ਉਹ ਰੇਤਾ ਜਿਹੜਾ ਚੁੱਕ ਕੇ ਵੇਚਦੇ ਨੇ, ਉਹਦੇ ਚੋਂ ਵੱਡੇ ਪੱਧਰ ਦੇ ਉੱਤੇ ਆਪਣੇ ਹੱਥ ਰੰਗਦੇ ਨੇ, ਅਫਸਰਸ਼ਾਹੀ ਉਹਦੇ ਵਿੱਚੋਂ ਵੀ ਹਿੱਸਾ ਲੈਂਦੀ ਹੈ। ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੂਰਜਪਾਲ ਅੰਮੂ ਨੇ ਦੀਨਾਨਗਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਕਰਨੀ ਸੈਨਾ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਪੂਰੀ ਤਿਆਰੀ ਤੇ ਮਜ਼ਬੂਤੀ ਨਾਲ ਚੋਣ ਮੈਦਾਨ 'ਤੇ ਉਤਰੇਗੀ। ਉਹਨਾਂ ਕਿਹਾ ਕਿ ਕਰਨੀ ਸੈਨਾ ਵੱਲੋਂ ਗੁਰਦਾਸਪੁਰ, ਪਠਾਨਕੋਟ ਤੇ ਨੇੜੇ-ਤੇੜੇ ਦੇ ਖੇਤਰਾਂ 'ਚ ਘੱਟੋ-ਘੱਟ 10 ਵਿਧਾਨ ਸਭਾ ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਪੰਜਾਬ 'ਚ ਕਰਨੀ ਸੈਨਾ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ, ਜਿਨ੍ਹਾਂ 'ਚ ਰਾਸ਼ਟਰੀ ਸੰਗਠਨ ਮਹਾਮੰਤਰੀ ਰਾਖੀ ਗਰਗ, ਰਾਸ਼ਟਰੀ ਮੰਤਰੀ ਵਿਨੇ ਭਾਟੀ, ਵਪਾਰ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਮੋਹਿਤ ਅग्रवाल ਤੇ ਪਟਿਆਲਾ ਤੋਂ राष्ट्रीय मंत्री साहिल गोयल समेत होर भी आगू शामिल रहे। आज करनी सेना पंजाब के प्रदेश अध्यक्ष एडवोकेट नरेश ठाकुर और करनी सेना किसान शक्ति के अध्यक्ष नरोत्तम सिंह साबा और यूथ करनी सेना के अध्यक्ष पंजाब के बैनी मनाज और अनेक पदाधिकारियों के आह्वान पर मैं आज पंजाब के करनी सैनिकों से मिलने के लिए आज यहाँ पर दीनानगर में आया हूँ। मेरे साथ करनी सेना की राष्ट्रीय संगठन महामंत्री राखी गर्ग, राष्ट्रीय मंत्री विनय भाटी, व्यापार शक्ति के राष्ट्रीय अध्यक्ष मोहित अग्रवाल और साहिल गोयल जो राष्ट्रीय मंत्री हैं पटियाला के, वो भी आए हैं। यहाँ पर आने का मकसद ये है कि जो यूजीसी के विरोध में पूरे देश भर में आंदोलन चल रहा है, जो 21 अगस्त को जंतर मंतर पर आरक्षण के अंदर रिफॉर्म्स की बात चल रही है, आरक्षण हटाओ आंदोलन की बात चल रही है, उसको लेकर आज मैं पंजाब में आया हूँ। पंजाब में क्योंकि पंजाब बहुत खुशहाल प्रदेश था है और यहाँ पर ऐसे लोगों के साथ दुर्भावनापूर्वक पंजाब की सरकार जो व्यवहार कर रही है वो कई बार सुनने में आया, देखने में भी आया। जैसे अभी सामान्य वर्ग की महिलाओं को 1000 रुपये और आरक्षित महिलाओं को 1500 रुपये बगैर स्कीम के, बगैर घोषणा के पैसा दिया गया, क्योंकि केजरीवाल सरकार दिल्ली के अंदर मुँह की खाकर आ चुके हैं। केजरीवाल साहब चाहते हैं कि पंजाब के अंदर भी वही माहौल फ्री वाला करे, वो उनकी मर्जी है, उनकी सरकार है। परंतु क्या पंजाब के अंदर नशाखोरी बंद हुई? क्या आरक्षण के अंदर भेदभाव बढ़ा कि नहीं बढ़ा? हम चाहते हैं ये आरक्षण रूपी दानव, गरीब की कोई जाति नहीं है, जो गरीब बाल्मीक है, जो गरीब जाटव है, जिसको हम चमार कहते हैं, उसको आरक्षण मिले ना। जो धनाढ्य चमार है, जिसको हम जाटव भी कहते हैं, उसको आरक्षण की क्या आवश्यकता है? क्या मायावती को आरक्षण की आवश्यकता है क्या? क्या चंद्रशेखर आजाद को आरक्षण की आवश्यकता है क्या? कि जो यहाँ पर दलित समाज के, जो जाटव समाज के आईएएस हैं या आईपीएस है, उनको आवश्यकता है क्या? नहीं है। आवश्यकता है गरीब ब्राह्मण को, आवश्यकता है गरीब पंजाबी को, आवश्यकता है गरीब राजपूत को, गरीब बनिए को। गरीब की कोई जाति नहीं है, गरीबों को आरक्षण मिले ना। परंतु यहाँ पर क्या हो रहा है? यहाँ पर आरक्षण पिक एंड चूज, यहाँ पर छांट कर, देख कर वर्षों से 10 साल के लिए आरक्षण। भीमराव अंबेडकर ने ऐसा कहते हैं कि संविधान में एक सिस्टम रखा था। अरे 78 साल हो गए भैया, अब तो हमको माफ करो। अब तो सामान्य वर्ग के साथ, जिसको आप स्वर्ण कहते हो, हम कहाँ स्वर्ण रहे? हम तो सामान्य की जगह सामान्य हो गए। हमको अब अछूत मानने लगे लोग। हमारे बच्चों का भविष्य यूजीसी के जो नए नियम आए उन्होंने खराब कर दिया है। हम लोग लड़ रहे हैं पूरे देश में, हम लोग चुप बैठने वाले नहीं हैं। आज करनी सेना पंजाब के साथ सैकड़ों युवा करनी सेना में जुड़े हैं, मैं उनका अभिनंदन करता हूं। परंतु पंजाब सरकार को और केंद्र सरकार से अनुरोध करता हूं कि आरक्षण मत खेलो, ये यूजीसी के नए नियमों को मत थोपो। जनता जब आती है अपनी पर, जब जनता जागती है तो वो करती है जो कभी किसी सरकार ने सोचा ना हो। हम कॉकरोच जनता पार्टी वाले लोग नहीं है जो बदतमीजी करेंगे, जो प्रधानमंत्री को गालियां देंगे। हम लोग सभ्य समाज से आते हैं, हमारी संस्कृति बड़ों को सम्मान देने की है। परंतु क्या बड़े लोग, क्या देश का प्रधानमंत्री अब ओबीसी अपने आप को पिछड़ा कह सकता है? देश की जो
महामहिम राष्ट्रपति महोदय जो अपने आप को आदिवासी कहती है, क्या वो आदिवासी रही? जो दिल्ली के अंदर देश के सर्वोच्च पद पर बैठी हुई है, राष्ट्रपति, महामहिम राष्ट्रपति महोदय हैं, क्या वो आदिवासी रही? आदिवासी समाज से आप आती हैं, परंतु अब आपको आरक्षण की आवश्यकता नहीं। तौर पे हम पंजाब के अंदर कम से कम ये जो बेल्ट है आपकी, पठानकोट के आसपास की जो 10 सीटें हैं, यहाँ पर चुनाव लड़ने की तैयारी कर रहे हैं। हम लोग चंडीगढ़ के पास, जहाँ पर राणा केपी सिंह भी चुनाव लड़ चुके हैं, जो विधानसभा के स्पीकर रहे हैं, पटियाला से साहिल गोयल, वहाँ से तैयारी कर रहे हैं। और भी हमारे बहुत सारे युवा हैं जो तैयारी कर रहे हैं। और हम तो नरेश जी से, बेनी मनहास से और इन सब लोगों से कहकर जा रहे हैं कि विधानसभा के चुनाव की तैयारी करो। अब राजनीति में हमें मुर्दाबाद से काम नहीं चलने वाला। अब हम पंजाब के विधानसभा के चुनाव में अपने युवाओं को, जाने माने यहाँ के सामाजिक लोगों को टिकट देकर यहाँ पर खड़ा करेंगे और सरकार करनी सेना के बगैर ना बने, ऐसा पंजाब के अंदर माहौल बनाएंगे। अब देखिएगा, आरक्षण और यूजीसी के मुद्दे और देश के गरीबों के हितों की बात करने वाली करनी सेना पंजाब के अंदर हमारे बगैर कोई सरकार नहीं बना पाएगा, ये बिल्कुल तय है। आने वाला समय, क्योंकि जो 2027 की विधानसभा है, उसके अंदर करनी सेना के विधायक विधान भवन के अंदर, विधानसभा के अंदर जाकर चंडीगढ़ में बैठने वाले हैं। 10 सीटों पर है, उससे अधिक हो सकती हैं। अभी हमारी चर्चा करीब 10 सीटों पर है, उससे ज़्यादा पर लड़ सकते हैं हम। ये हमारी जो कोर कमेटी है, जो नरेश जी, नरोत्तम जी के नेतृत्व में बनी है, ये आपस में बैठ के बातचीत करेंगे और निश्चित तौर पे जो निर्णय निकलेगा, क्योंकि ये लोग सारे के सारे किसान लोग हैं। मैंने आपके सामने हाथ खड़ा कराया, यहाँ पर 98% लोग किसान थे। पंजाब किसान प्रदेश है, किसानों का प्रदेश है, खुशहाल प्रदेश है। और जब यहाँ का किसान चुनावी राजनीति में उतरेगा तो निश्चित तौर पर बदलाव होगा। और बदलाव पंजाब की विधानसभा के चुनाव में आपको नजर आएगा। कोई भी खड़ा हो, हमारा ना किसी से कोई गठबंधन है ना कुछ है। हम भारतीय जनता पार्टी के ना गुलाम थे ना है। हम ना राणा केपी सिंह की मैंने सीट का जिक्र किया। राणा केपी सिंह हमारे बड़े हैं, हमें समय समय पर गाइडेंस देते रहते हैं, परंतु अगर राणा केपी सिंह हमारे से बैठ के चर्चा करते हैं या हमें उनसे चर्चा करनी पड़ी, तो निश्चित तौर पर राणा केपी सिंह एक बहुत बड़ी शख्सियत है, जिन्होंने महाराणा प्रताप की चेयर पटियाला के अंदर लगवाई, विधान यूनिवर्सिटी के अंदर। उनसे भी हम राय मशवरा कर सकते हैं और निश्चित तौर पर एक बहुत बड़ा निर्णय हम लेने जा रहे हैं पंजाब की विधानसभा के चुनाव को लेकर। ਇਸ ਸਾਲ ਹੁਣ ਤੱਕ ਦੀਆਂ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।